ਯੂਕਰੇਨ ਨੂੰ ਹਥਿਆਰ ਦੇਣ ਤੋਂ ਵਰਜਦਿਆਂ ਰੂਸ ਨੇ ਅਮਰੀਕਾ ਨੂੰ ਦਿੱਤੀ ਧਮਕੀ। ਭਾਜਪਾ ਵਿੱਚ ਚੱਲੇ ਕੈਪਟਨ ਅਮਰਿੰਦਰ ਸਿੰਘ। ਦਿੱਲੀ ਸ਼ਰਾਬ ਘੁਟਾਲੇ ਸੰਬੰਧੀ ਈਡੀ ਨੇ 40 ਥਾਵਾਂ ਤੇ ਮਾਰੇ ਛਾਪੇ। ਦੁਨੀਆ ਭੁੱਖਮਰੀ ਵੱਲ ਵੱਧ ਰਹੀ ਹੈ, ਯੂਐਨ ਨੇ ਦਿੱਤੀ ਚੇਤਾਵਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਹੁਣ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਅੱਜ ਭਾਰਤ ਦੇ ਵਿੱਚ 40 ਦੇ ਕਰੀਬ ਥਾਵਾਂ ਦੇ ਉੱਤੇ ਭਾਰਤ ਦੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਡਾਂ ਮਾਰੀਆਂ ਨੇ। ਇਹ ਰੇਡਾਂ ਦਿੱਲੀ ਦੀ ਆਬਕਾਰੀ ਨੀਤੀ ਦੇ ਸੰਬੰਧੀ ਮਾਰੀਆਂ ਗਈਆਂ ਨੇ। ਦਿੱਲੀ ਦੀ ਆਬਕਾਰੀ ਨੀਤੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਨੀਤੀ ਲੈ ਕੇ ਆਈ ਸੀ, ਜਿਸ ਦੇ ਉੱਤੇ ਘਪਲਾ ਕਰਨ ਦੇ ਇਲਜ਼ਾਮ ਲੱਗੇ ਸੀ ਤੇ ਮਨੀ ਲਾਂਡਰਿੰਗ ਦੇ ਨਾਲ ਇਸ ਨੀਤੀ ਨੂੰ ਜੋੜਿਆ ਜਾ ਰਿਹਾ ਆ। ਹਾਲਾਂਕਿ ਰੌਲਾ ਪੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਆਬਕਾਰੀ ਨੀਤੀ ਨੂੰ ਵਾਪਸ ਲੈ ਲਿਆ ਸੀ, ਪਰ ਹੁਣ CBI ਅਤੇ ED ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਉਹਨਾਂ ਦੇ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਲਗਾਤਾਰ ਰੇਡਾਂ ਮਾਰੀਆਂ ਜਾ ਰਹੀਆਂ ਨੇ। ਦਿੱਲੀ ਦੀ ਆਬਕਾਰੀ ਨੀਤੀ ਵਿੱਚ ਘਪਲੇ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ED ਨੇ ਦੇਸ਼ ਭਰ ਵਿੱਚ ਕਰੀਬ 40 ਥਾਵਾਂ ਤੇ ਛਾਪੇਮਾਰੀ ਕੀਤੀ। ਇਹ ਆਬਕਾਰੀ ਨੀਤੀ ਰੌਲਾ ਪੈਣ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਨੇ ਵਾਪਸ ਲੈ ਲਈ ਸੀ। ਸੂਤਰਾਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਕੁਝ ਹੋਰ ਸ਼ਹਿਰਾਂ ਵਿੱਚ ਸ਼ਰਾਬ ਦੇ ਡੀਲਰਾਂ, ਵਿਤਰਕਾਂ ਅਤੇ ਸਪਲਾਈ ਚੇਨ ਦੇ ਨੈਟਵਰਕ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਜਾਂਚ ਬਿਊਰੋ ਅਤੇ ED ਬੇਕਾਰ ਵਿੱਚ ਹੀ ਹਰ ਕਿਸੇ ਨੂੰ ਪਰੇਸ਼ਾਨ ਕਰ ਰਹੇ ਹਨ ਤੇ ਇਸ ਤਰ੍ਹਾਂ ਦੇਸ਼ ਅੱਗੇ ਨਹੀਂ ਵਧ ਸਕਦਾ। ਪ੍ਰੈਸ ਕਾਨਫਰੰਸ ਵਿੱਚ ਕੇਜਰੀਵਾਲ ਨੇ ਕਿਹਾ ਕਿ ਉਪ ਰਾਜਪਾਲ, CBI ਅਤੇ ਭਾਜਪਾ ਨੇ ਕਥਿਤ ਸ਼ਰਾਬ ਘਪਲੇ ਬਾਰੇ ਵੱਖ-ਵੱਖ ਰਕਮਾਂ ਦੱਸੀਆਂ ਹਨ, ਪਰ ਉਹਨਾਂ ਨੂੰ ਹਾਲੇ ਤੱਕ ਇਹ ਸਮਝ ਨਹੀਂ ਆ ਰਿਹਾ ਕਿ ਸ਼ਰਾਬ ਘਪਲਾ ਕੀ ਹੈ। ਕੈਪਟਨ ਅਮਰਿੰਦਰ ਸਿੰਘ ਅਧਿਕਾਰਤ ਤੌਰ ਤੇ ਅਗਲੇ ਹਫ਼ਤੇ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਪੰਜਾਬ ਲੋਕ ਕਾਂਗਰਸ ਨਾਂ ਦੀ ਪਾਰਟੀ ਬਣਾਈ ਸੀ, ਜਿਸ ਨੇ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਸੀ, ਪਰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਪਾਰਟੀ ਨੂੰ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋਣ ਜਾ ਰਹੇ ਨੇ। ਇਸ ਗੱਲ ਦਾ ਖੁਲਾਸਾ ਪੰਜਾਬ ਲੋਕ ਕਾਂਗਰਸ ਦੀ ਪਾਰਟੀ ਦੇ ਬੁਲਾਰੇ ਨੇ ਕੀਤਾ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਪ੍ਰਧਾਨ ਅਤੇ ਉੱਚ ਆਗੂਆਂ ਦੀ ਹਾਜ਼ਰੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਗਲੇ ਹਫ਼ਤੇ ਭਾਜਪਾ ਨੂੰ ਜੁਆਇਨ ਕਰਨਗੇ। ਕੈਪਟਨ ਅਮਰਿੰਦਰ ਸਿੰਘ ਅਗਲੇ ਹਫ਼ਤੇ ਭਾਜਪਾ ਵਿੱਚ ਐਲਾਨੀਆ ਤੌਰ ਤੇ ਸ਼ਾਮਿਲ ਹੋਣ ਜਾ ਰਹੇ ਹਨ। ਉਹਨਾਂ ਨੇ ਕਾਂਗਰਸ ਤੋਂ ਵੱਖ ਹੋ ਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਸੀ। ਉਹਨਾਂ ਦੀ ਪਾਰਟੀ ਨੇ ਭਾਜਪਾ ਨਾਲ ਗਠਜੋੜ ਕਰਕੇ ਵਿਧਾਨ ਸਭਾ ਚੋਣਾਂ ਲੜੀਆਂ ਸੀ, ਪਰ ਬੁਰੀ ਹਾਰ ਝੱਲਣੀ ਪਈ ਸੀ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਅਗਲੇ ਹਫ਼ਤੇ ਅਧਿਕਾਰਤ ਤੌਰ ਤੇ ਭਾਜਪਾ ਵਿੱਚ ਸ਼ਾਮਿਲ ਹੋ ਜਾਣਗੇ। ਉਹ ਦਿੱਲੀ 'ਚ ਪਾਰਟੀ ਪ੍ਰਧਾਨ JP ਨੱਡਾ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਿਲ ਹੋਣਗੇ। ਭਾਰਤ ਦੇ ਵਿੱਚ ਅਦਾਲਤੀ ਸਿਸਟਮ ਜਿਹੜਾ ਆ ਉਸ ਦੀ ਕਾਰਗੁਜ਼ਾਰੀ ਕੋਈ ਤਸੱਲੀ ਬਖਸ਼ ਨਹੀਂ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕੇਸ ਨੇ ਉਹ ਭਾਰਤੀ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਆ, ਜਿਸ ਦੇ ਕਾਰਨ ਲੋਕ ਜਿਹੜੇ ਆ ਸਜ਼ਾਵਾਂ ਕੱਟ ਰਹੇ ਨੇ, ਜਿਨ੍ਹਾਂ ਦੀਆਂ ਜ਼ਮਾਨਤਾਂ ਜਿਹੜੀਆਂ ਨੇ ਉਹਨਾਂ ਦੀਆਂ ਅਰਜ਼ੀਆਂ ਵੀ ਸੁਣਵਾਈ ਅਧੀਨ ਨਹੀਂ ਆ ਰਹੀਆਂ। ਤੇ ਹੁਣ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਉੱਤੇ ਚੱਲ ਰਹੀ ਇੱਕ ਸੁਣਵਾਈ ਦੇ ਦੌਰਾਨ ਇਹ ਫੈਸਲਾ ਦਿੱਤਾ ਆ ਕਿ 10 ਸਾਲ ਤੋਂ ਵੱਧ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਹੋ ਗਏ ਨੇ, ਜਿਨ੍ਹਾਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਜੇਲ੍ਹਾਂ ਦੇ ਵਿੱਚ ਹੋ ਗਿਆ ਆ, ਤੇ ਜਿਨ੍ਹਾਂ ਦੀਆਂ ਜਿਹੜੀਆਂ ਜ਼ਮਾਨਤ ਦੀਆਂ ਅਪੀਲਾਂ ਨੇ ਉਹਨਾਂ ਦੀ ਸੁਣਵਾਈ ਹਜੇ ਨੇੜਲੇ ਭਵਿੱਖ ਵਿੱਚ ਹੋਣ ਦੀ ਕੋਈ ਸੰਭਾਵਨਾ ਨਹੀਂ ਆ, ਤਾਂ ਉਹਨਾਂ ਦਾ ਜ਼ਮਾਨਤ ਦਾ ਹੱਕ ਬਣਦਾ ਆ ਤੇ ਅਜਿਹੇ ਕੈਦੀਆਂ ਨੂੰ ਜ਼ਮਾਨਤ ਦਿੱਤੀ ਜਾਵੇ ਤਾਂ ਕਿ ਜੇਲ੍ਹਾਂ ਦੇ ਵਿੱਚ ਵੀ ਜਿਹੜੀ ਵੱਡੀ ਭੀੜ ਹੋ ਰਹੀ ਆ ਉਸ ਨੂੰ ਕੰਟਰੋਲ ਕੀਤਾ ਜਾ ਸਕੇ, ਉਸ 'ਤੇ ਨਿਯੰਤਰਣ ਕੀਤਾ ਜਾ ਸਕੇ। ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਮਰ ਕੈਦ ਕੱਟ ਰਹੇ ਕੈਦੀ ਜੋ 10 ਸਾਲਾਂ ਦੀ ਸਜ਼ਾ ਪੂਰੀ ਕਰ ਚੁੱਕੇ ਹਨ, ਉਹਨਾਂ ਨੂੰ ਜ਼ਮਾਨਤ 'ਤੇ ਰਿਹਾ ਕੀਤਾ ਜਾਣਾ ਚਾਹੀਦਾ ਹੈ, ਬਸ਼ਰਤੇ ਹਾਈ ਕੋਰਟ ਵੱਲੋਂ ਉਹਨਾਂ ਦੀ ਅਪੀਲ ਤੇ ਨੇੜੇ ਭਵਿੱਖ ਵਿੱਚ ਸੁਣਵਾਈ ਦੀ ਸੰਭਾਵਨਾ ਤੇ ਰਾਹਤ ਤੋਂ ਇਨਕਾਰ ਕਰਨ ਦੇ ਠੋਸ ਕਾਰਨ ਨਾ ਹੋਣ। ਸੁਪਰੀਮ ਕੋਰਟ ਨੇ ਹਾਈ ਕੋਰਟਾਂ ਤੇ ਸੂਬਾਈ ਕਾਨੂੰਨੀ ਸੇਵਾਵਾਂ ਅਥਾਰਟੀਆਂ ਨੂੰ ਇਹ ਅਮਲ ਪੂਰਾ ਕਰਨ ਲਈ 4 ਮਹੀਨਿਆਂ ਦਾ ਸਮਾਂ ਦਿੰਦਿਆਂ ਅਗਲੀ ਸੁਣਵਾਈ ਜਨਵਰੀ ਲਈ ਨਿਰਧਾਰਿਤ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦੋਸ਼ੀਆਂ ਦੇ ਮਾਮਲੇ ਵਿੱਚ ਜੇਲ੍ਹਾਂ ਵਿੱਚ ਭੀੜ ਭੜੱਕੇ ਨੂੰ ਘਟਾਉਣ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਅਜਿਹਾ ਉਹਨਾਂ ਮਾਮਲਿਆਂ ਵਿੱਚ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਸਜ਼ਾ ਖਿਲਾਫ ਅਪੀਲਾਂ ਸਾਲਾਂ ਤੋਂ ਪੈਂਡਿੰਗ ਹਨ ਅਤੇ ਪੈਂਡਿੰਗ ਮਾਮਲਿਆਂ ਦੀ ਗਿਣਤੀ ਵੱਧ ਹੋਣ ਕਾਰਨ ਉਹਨਾਂ 'ਤੇ ਨੇੜੇ ਭਵਿੱਖ ਵਿੱਚ ਸੁਣਵਾਈ ਦੀ ਸੰਭਾਵਨਾ ਨਹੀਂ ਹੈ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਅਭੈ ਐਸ ਓਕਾ ਦੀ ਬੈਂਚ ਇਸ ਆਧਾਰ 'ਤੇ ਜ਼ਮਾਨਤ ਦੀ ਮੰਗ ਕਰਨ ਵਾਲੇ ਦੋਸ਼ੀਆਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਹੈ ਕਿ ਉਹਨਾਂ ਦੀਆਂ ਅਪੀਲਾਂ ਵੱਖ-ਵੱਖ ਹਾਈ ਕੋਰਟਾਂ ਵਿੱਚ ਸਾਲਾਂ ਤੋਂ ਪੈਂਡਿੰਗ ਹਨ ਅਤੇ ਬਹੁਤ ਜ਼ਿਆਦਾ ਕੇਸ ਪੈਂਡਿੰਗ ਹੋਣ ਕਾਰਨ ਉਹਨਾਂ ਦੀਆਂ ਅਪੀਲਾਂ 'ਤੇ ਨੇੜੇ ਭਵਿੱਖ ਵਿੱਚ ਸੁਣਵਾਈ ਦੀ ਸੰਭਾਵਨਾ ਨਹੀਂ ਹੈ। ਬੈਂਚ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਦੋਸ਼ੀ ਜਿਨ੍ਹਾਂ ਨੇ ਆਪਣੀ ਸਜ਼ਾ ਦੇ 10 ਸਾਲ ਪੂਰੇ ਕਰ ਲਏ ਹਨ ਅਤੇ ਉਹਨਾਂ ਦੀ ਅਪੀਲ 'ਤੇ ਨੇੜੇ ਭਵਿੱਖ ਵਿੱਚ ਸੁਣਵਾਈ ਹੋਣ ਦੀ ਸੰਭਾਵਨਾ ਨਹੀਂ ਹੈ, ਜ਼ਮਾਨਤ ਦੇ ਦੇਣੀ ਚਾਹੀਦੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਸੰਬੰਧੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ
ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜ਼ਿਆਦਾਤਰ ਮਸਲੇ ਜਿਹੜੇ ਆ ਉਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਪਸੀ ਝਗੜਿਆਂ ਦੇ ਆਉਂਦੇ ਨੇ ਤੇ ਉਹਨਾਂ ਕਿਹਾ ਕਿ ਧਰਮ ਪਰਿਵਰਤਨ ਦਾ ਦੌਰ ਪੰਜਾਬ ਦੇ ਵਿੱਚ ਚਲਾ ਰਹੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਸਿੱਖ ਸੰਸਥਾਵਾਂ ਦੇ ਵਿੱਚ ਆਏ ਇਸ ਨਿਘਾਰ ਦੇ ਉੱਤੇ ਹੱਸਦੀਆਂ ਨੇ ਤੇ ਸਿੱਖ ਸੰਸਥਾਵਾਂ ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ। ਮੈਂ ਅਕਸਰ ਹੀ ਬਾਰ-ਬਾਰ ਇਹ ਜਿਹੜਾ ਹੈ ਉਹ ਅਪੀਲ ਕਰਦਾ ਪੰਥ ਨੂੰ ਕਿ ਆਪਣੀਆਂ ਸੰਸਥਾਵਾਂ ਬਚਾਓ, ਆਪਣੀਆਂ ਸੰਸਥਾਵਾਂ ਦੀਆਂ ਮਰਿਆਦਾਵਾਂ ਬਚਾਓ। ਅੱਜ ਸਾਡੀਆਂ ਸੰਸਥਾਵਾਂ ਦੇ ਵਿੱਚ ਆਪੋ ਧਾਪੀ ਪਈ ਹੋਈ ਹੈ। ਇੱਕ ਕਹਿੰਦਾ ਮੈਂ ਵੱਡਾ, ਮੇਰੀ ਸੰਸਥਾ ਵੱਡੀ, ਮੇਰੇ ਅਧਿਕਾਰ ਵੱਡੇ, ਦੂਜੀ ਦੀ ਸੰਸਥਾ ਛੋਟੀ, ਦੂਜੇ ਦੇ ਅਧਿਕਾਰ ਛੋਟੇ। ਆਪਣੇ ਅਧਿਕਾਰ ਜਿਹੜੇ ਆ ਨਾ ਉਹਨੂੰ ਵੱਡਾ ਜਿਹੜਾ ਹੈ ਉਹ ਖਵਾਉਣ ਦੀ ਹੋੜ ਦੇ ਵਿੱਚ ਸਾਡੀਆਂ ਸੰਸਥਾਵਾਂ ਸੰਭਾਲਣ ਵਾਲੇ ਜਿਹੜੇ ਵਿਅਕਤੀ ਆ ਉਹ ਲੱਗੇ ਹੋਏ ਆ। ਕਬਜ਼ੇ ਦੀ ਲੜਾਈ ਹੋ ਰਹੀ ਹੈ, ਸੰਸਥਾਵਾਂ ਦੇ ਉੱਤੇ ਕਬਜ਼ੇ ਦੀ ਲੜਾਈ ਹੋ ਰਹੀ ਹੈ। ਪੰਥ ਕਿੱਥੇ ਹੈ? ਪੰਥ ਕਿੱਥੇ ਦਿਸਦਾ ਹੈ? ਪੰਥ ਲਈ ਕੌਣ ਲੜ ਰਿਹਾ? ਅਸੀਂ ਤਾਂ ਸੰਸਥਾਵਾਂ ਦੇ ਉੱਤੇ ਕਬਜ਼ੇ ਦੀ ਲੜਾਈ ਲੜ ਰਹੇ। ਇਹ ਗੋਲਕਾਂ ਸੰਭਾਲਦੇ ਆ, ਅਸੀਂ ਗੋਲਕਾਂ ਸੰਭਾਲੀਏ। ਇਹ ਨਹੀਂ ਚਾਹ ਹੈਗਾ ਕਿ ਅਸੀਂ ਪੰਥ ਦੀ ਸੇਵਾ ਕਰਨੀ। ਅੱਜ 80% ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਮਾਮਲੇ ਪੁੱਜ ਰਹੇ ਹੈ ਉਹ ਗੁਰਦੁਆਰਾ ਕਮੇਟੀਆਂ ਦੇ ਲੜਾਈਆਂ ਝਗੜਿਆਂ ਦੇ ਫੈਸਲੇ ਮਾਮਲੇ ਜਿਹੜੇ ਆ ਪੁੱਜ ਰਹੇ ਆਪਸ ਦੇ ਵਿੱਚ। ਔਰ ਉਹਨਾਂ 80% ਦੇ ਵਿੱਚੋਂ ਜ਼ਿਆਦਾਤਰ ਮਾਮਲੇ ਜਿਹੜੇ ਹੈ ਉਹ ਭਾਰਤ ਤੋਂ ਬਾਹਰ ਦੇ ਦੇਸ਼ਾਂ ਦੇ ਪੁੱਜ ਰਹੇ। ਕੀ ਕਰੋਗੇ ਤੁਸੀਂ? ਚਲੋ ਮੰਨ ਲਓ ਪੰਜਾਬ ਵਾਲਿਆਂ ਨੂੰ ਤਾਂ ਕਹਿੰਦੇ ਜੀ ਇਹਨਾਂ ਨੂੰ ਅਕਲ ਨਹੀਂ, ਇਹ ਤਾਂ ਅਨਪੜ੍ਹ ਹੈ। ਬਾਹਰ ਬੈਠੇ ਜਿਹੜੇ ਸਿੱਖ ਆ ਉਹ ਤਾਂ ਪੜ੍ਹੇ ਲਿਖੇ ਆ, ਉਹ ਤਾਂ ਬੜਾ ਵਧੀਆ ਜਿਹੜਾ ਹੈ ਉਹ ਨਿਜ਼ਾਮ ਹੈ ਉੱਥੋਂ ਦਾ। ਉੱਥੇ ਗੁਰਦੁਆਰਾ ਕਮੇਟੀਆਂ ਦੇ ਝਗੜੇ ਕਿਉਂ ਹੈ? ਲੱਖਾਂ ਕਰੋੜਾਂ ਡਾਲਰ ਜਿਹੜਾ ਹੈ ਉਹ ਕੋਰਟਾਂ ਦੇ ਵਿੱਚ ਫੂਕਿਆ ਜਾ ਰਿਹਾ ਹੈ ਸੰਸਥਾਵਾਂ ਤੇ ਕਬਜ਼ਿਆਂ ਦੀ ਲੜਾਈ ਨੂੰ ਲੈ ਕੇ। ਕੌਣ ਹੈ? ਕੌਣ ਰੋਕਣ ਵਾਲਾ ਹੈ? ਤੁਸੀਂ ਰੋਕ ਕੇ ਦਿਖਾਓ, ਤੁਸੀਂ ਰੋਕ ਕੇ ਦਿਖਾਓ। ਇਸ ਹੱਦ ਤੱਕ ਚਲੇ ਜਾਂਦੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ। ਤੇ ਕੋਈ ਗੁਰੂ ਪਿਆਰਿਓ ਦੋ ਰਹਿਵਾਂ ਨਹੀਂ। ਜਦੋਂ ਇਹ ਲੋਕ ਇਹ ਵੀ ਕਹਿ ਦੇਣਗੇ ਕਿ ਅਸੀਂ ਗੁਰੂ ਨੂੰ ਹੀ ਨਹੀਂ ਮੰਨਦੇ, ਜਿਸ ਗੁਰਦੁਆਰੇ ਦਾ ਪ੍ਰਬੰਧ ਸੰਭਾਲਣਾ ਅਸੀਂ ਉਸ ਗੁਰੂ ਨੂੰ ਹੀ ਨਹੀਂ ਮੰਨਦੇ, ਇਹ ਵੀ ਕਹਿ ਦੇਣਗੇ, ਕਿਉਂਕਿ ਨਿਰਲੱਜ ਹੋ ਚੁੱਕੇ ਨੇ, ਢੀਠ ਹੋ ਚੁੱਕੇ ਨੇ। ਅੱਜ ਸਾਡੀਆਂ ਸੰਸਥਾਵਾਂ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬਚਾਉਣ ਦੀ ਜ਼ਰੂਰਤ ਹੈ। ਸਾਡੀਆਂ ਸੰਸਥਾਵਾਂ ਜੇ ਕਮਜ਼ੋਰ ਹੋ ਗਈਆਂ, ਅਮਰੀਕਾ ਦੇ ਵਿੱਚ ਜਦੋਂ ਟਰੰਪ ਜਿਹੜਾ ਸੀ ਉਹ ਉਤਰਿਆ, ਰੌਲਾ ਪਿਆ, ਅਮਰੀਕੀ ਕਾਂਗਰਸ ਦੇ ਵਿੱਚ 6 ਬੰਦੇ ਕਿ 5 ਬੰਦੇ ਬੰਦੂਕਾਂ ਲੈ ਕੇ ਵੜ ਗਏ ਔਰ ਉਹਨਾਂ ਨੇ ਮਰਡਰ ਕੀਤੇ ਉੱਥੇ। ਲੇਕਿਨ ਫਿਰ ਵੀ ਅਮਰੀਕਾ ਨੂੰ ਕੁਝ ਨਹੀਂ ਹੋਇਆ। ਪਤਾ ਕਿਉਂ ਕੁਝ ਨਹੀਂ ਹੋਇਆ? ਕਿਉਂਕਿ ਅਮਰੀਕਾ ਦੀਆਂ ਸੰਵਿਧਾਨਕ ਜਿਹੜੀਆਂ ਸੰਸਥਾਵਾਂ ਸੀ ਉਹ ਬਹੁਤ ਮਜ਼ਬੂਤ ਸੀ। ਉਹਨਾਂ ਨੇ ਕੋਈ ਗੜਬੜ ਨਹੀਂ ਹੋਣ ਦਿੱਤੀ, ਸਾਰਾ ਮੁਲਕ ਸਾਂਭ ਲਿਆ, ਕਿਉਂਕਿ ਉਹਨਾਂ ਦੀਆਂ ਸੰਸਥਾਵਾਂ ਬਹੁਤ ਮਜ਼ਬੂਤ ਸੀ। ਸੰਸਥਾਵਾਂ ਮਜ਼ਬੂਤ ਸੀ ਤੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਤੇ ਅਸੀਂ ਬਚ ਪਾਵਾਂਗੇ। ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਨਾ ਹੋਈਆਂ ਸਾਧ ਸੰਗਤ ਜੀ, ਅਸੀਂ ਬਚ ਨਹੀਂ ਪਾਵਾਂਗੇ। ਸਾਰਾਗੜ੍ਹੀ ਜੰਗ ਦੀ 125ਵੀਂ ਬਰਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਮਾਗਮ ਕਰਕੇ ਮਨਾਈ ਗਈ। ਇਸ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸਾਰਾਗੜ੍ਹੀ ਕਿਲ੍ਹੇ ਦੇ ਜਿਹੜੇ ਖੰਡਰਾਤ ਨੇ, ਕਿਉਂਕਿ 1971 ਦੇ ਵਿੱਚ ਜਦੋਂ ਭੁਚਾਲ ਆਇਆ ਸੀ ਤਾਂ ਉਦੋਂ ਇਹ ਕਿਲ੍ਹਾ ਢਹਿ ਢੇਰੀ ਹੋ ਗਿਆ ਸੀ, ਤਾਂ ਉਦੋਂ ਦੇ ਉੱਥੋਂ ਦੇ ਖੰਡਰਾਤ ਦਾ ਜਿਹੜਾ ਇੱਕ ਪੱਥਰ ਦਾ ਇੱਕ ਟੁਕੜਾ ਜਿਹੜਾ ਆ ਉਹ ਹਰਮੀਤ ਸਿੰਘ ਕਾਲਕਾ ਨੂੰ ਸੌਂਪਿਆ ਗਿਆ। 1982 ਤੋਂ ਸਾਰਾਗੜ੍ਹੀ ਦੇ ਨਾਲ ਸੰਪਰਕ ਹੋਇਆ ਅੰਮ੍ਰਿਤਸਰ 'ਚ ਜੰਪ ਲਾਉਣ ਕਰਕੇ। 87 'ਚ ਅਸੀਂ ਸਾਰਾਗੜ੍ਹੀ ਫਾਊਂਡੇਸ਼ਨ ਬਣਾ ਕੇ ਉੱਥੇ ਕੀਰਤਨ ਦਰਬਾਰ ਕਰਾਉਣੇ ਸ਼ੁਰੂ ਕੀਤੇ। ਸਾਰਾਗੜ੍ਹੀ ਨੂੰ ਹੌਲੀ ਹੌਲੀ ਇੰਡੀਆ 'ਚ ਪ੍ਰਚਲਿਤ ਕੀਤਾ, ਆਰਟੀਕਲਸ ਲਿਖੇ ਤੇ 96 ਦੇ ਕਰੀਬ ਜਾ ਕੇ 100 ਸਾਲਾ, ਕਿਉਂਕਿ 1997 'ਚ ਆਉਣਾ ਸੀ, ਸਾਰੇ ਪੰਜਾਬ 'ਚੋਂ 8 ਮਹੀਨਿਆਂ ਦੀ ਮਿਹਨਤ ਕਰਕੇ 19 ਪਰਿਵਾਰਾਂ ਨੂੰ ਅਸੀਂ ਟ੍ਰੇਸ ਕਰਕੇ ਪਬਲਿਕ ਸਾਹਮਣੇ ਪਹਿਲੀ ਵਾਰੀ ਲਿਆਂਦਾ। ਉਸ ਤੋਂ ਬਾਅਦ ਅਮਰੀਕਾ ਜਾਣ ਦਾ ਮੌਕਾ ਮਿਲ ਗਿਆ। ਫਿਰ ਤਕਰੀਬਨ 2011 ਦੇ ਵਿੱਚ ਜਿਹੜੀ 36 ਸਿੱਖ ਰੈਜੀਮੈਂਟ ਸੀ, ਪਹਿਲੇ ਮੈਂ ਲੜਾਈ ਦੀ ਥੋੜ੍ਹੀ ਜਿਹੀ ਬਰੀਫਲੀ ਜਾਣਕਾਰੀ ਦੇ ਦਿੰਦਾ। ਐਤਵਾਰ ਵਾਲੇ ਦਿਨ 12 ਸਤੰਬਰ 1897 ਨੂੰ 21 ਸਿੱਖਾਂ ਨੇ 10,000 ਔਰਕਜਈ ਤੇ ਅਫਰੀਦੀ ਪਠਾਨਾਂ ਦਾ ਮੁਕਾਬਲਾ ਕੀਤਾ ਸੀ। ਇਹ ਜਗ੍ਹਾ ਸਮਾਨਾ ਰੇਂਜ ਅਫਗਾਨਿਸਤਾਨ ਤੇ ਪਾਕਿਸਤਾਨ ਦੇ
ਮੌਜੂਦਾ ਸਮੇਂ ਬਿਲਕੁਲ ਬਾਰਡਰ ਦੇ ਉੱਪਰ ਹੈ। ਸਮਾਨਾ ਰੇਂਜ ਦੀ ਪਹਾੜੀ 8 ਮੀਲ ਦੇ ਕਰੀਬ ਹੈ, ਜਿਸ ਜਗ੍ਹਾ ਤੇ ਉਸ ਸਮੇਂ ਗ੍ਰੇਟ ਗੇਮ ਰਸ਼ੀਆ ਤੇ ਬ੍ਰਿਟੇਨ ਵਿੱਚ ਚੱਲ ਰਹੀ ਸੀ ਵੀ ਵੱਧ ਤੋਂ ਵੱਧ ਏਰੀਏ ਤੇ ਕਬਜ਼ਾ ਕਰਕੇ ਸਿਲਕ ਰੂਟ ਨੂੰ ਕੰਟਰੋਲ 'ਚ ਲੈਣਾ, ਕਿਉਂਕਿ ਵਪਾਰ ਵਾਸਤੇ ਇਹ ਰਸਤਾ ਬਹੁਤ ਅਹਿਮ ਸੀ, ਜਿੱਦਾਂ ਦਰਖਤ ਬਿਲਕੁਲ ਇਹਦੇ ਨਾਲ ਹੀ ਹੈ। ਉਹਨਾਂ ਨੇ 2 ਵੱਡੇ ਕਿਲੇ ਇੱਥੇ ਬਣਾਏ ਤੇ 5 ਚੌਕੀਆਂ ਸਥਾਪਿਤ ਕੀਤੀਆਂ 1891 ਦੇ ਵਿੱਚ। ਤੇ ਕਈਆਂ ਨੂੰ ਥੋੜ੍ਹੀ ਜਿਹੀ ਸਾਡੇ ਪ੍ਰਚਾਰਕ ਗਲਤਫਹਿਮੀ 'ਚ ਇਹ ਕਹਿ ਦਿੰਦੇ ਨੇ ਇਹ ਜਿਹੜੀਆਂ ਕਿਲੇ ਹਰੀ ਸਿੰਘ ਨਲਵਾ ਜੀ ਨੇ ਬਣਾਏ, ਜਦ ਕਿ ਉਹਨਾਂ ਨੇ ਸ੍ਰੀ ਜਮਰੋਦ ਦਾ ਕਿਲਾ ਬਣਾਇਆ ਸੀ, ਇਹ 1891 'ਚ ਹੋਂਦ 'ਚ ਆਏ। ਉਸ ਤੋਂ ਬਾਅਦ ਲਗਾਤਾਰ ਇਸ ਦੇ ਉੱਪਰ ਹਮਲੇ ਹੁੰਦੇ ਰਹੇ ਤੇ 12 ਸਤੰਬਰ ਵਾਲੇ ਦਿਨ ਮੁਕਾਬਲਾ ਚੱਲਿਆ। ਸਵੇਰੇ 9 ਵਜੇ ਸ਼ੁਰੂ ਹੋਇਆ, ਸਟ੍ਰੇਟ 7 ਘੰਟੇ ਚੱਲਦਾ ਹੋਇਆ 4 ਵਜੇ ਤੱਕ ਚੱਲਿਆ। ਸਿੱਖਾਂ ਕੋਲ ਤਕਰੀਬਨ 350 ਤੋਂ ਪਰ ਪਰਸਨ 400 ਗੋਲੀਆਂ ਸਨ। ਉਹ ਆਹਿਸਤਾ ਆਹਿਸਤਾ ਖਤਮ ਹੋ ਗਈਆਂ। ਅਖੀਰ ਤੇ ਜਾ ਕੇ ਉਹਨਾਂ ਨੇ ਆਪਣੀਆਂ ਬੰਦੂਕਾਂ ਤੇ ਕਿਰਚਾਂ ਲਾ ਕੇ ਤੇ ਕਿਰਪਾਨਾਂ ਨਾਲ ਹੱਥੋਂ ਹੱਥ ਮੁਕਾਬਲਾ ਕਰਦੇ ਹੋਏ 180 ਤੋਂ 200 ਪਠਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਆਖਰੀ ਬੁਲਟ ਆਖਰੀ ਸਾਹ ਤੱਕ ਲੜਦੇ ਹੋਏ। 13 ਤੇ 14 ਸਤੰਬਰ ਨੂੰ ਗੁਲਿਸਤਾਨ ਕਿਲੇ ਦੇ ਉੱਪਰ ਸਿੱਖਾਂ ਨੇ ਲੜਾਈ ਕੀਤੀ। 30 ਘੰਟੇ ਲਗਾਤਾਰ ਲੜਾਈ ਕਰਨ ਤੋਂ ਬਾਅਦ ਟੋਟਲ ਇਸ ਲੜਾਈ ਦੇ ਵਿੱਚ 400 ਤੋਂ 600 ਪਠਾਨ ਮਾਰੇ ਗਏ। ਉਸ ਤੋਂ ਬਾਅਦ ਰੀਕੈਪਚਰ ਕਰਕੇ ਇਸ ਜਗ੍ਹਾ 'ਤੇ ਇੱਕ ਯਾਦਗਾਰ ਬਣਾਈ ਗਈ, ਮੀਨਾਰ ਟਾਈਪ ਪਿਰਾਮਿਡ ਇਹਨਾਂ 21 ਦਾ, ਕਿਉਂਕਿ ਪਠਾਨਾਂ ਨੇ ਇਹਨਾਂ ਦੇ ਟੁਕੜੇ ਕਰ ਦਿੱਤੇ ਸੀ। ਉਹਨਾਂ ਦੇ ਨਾਲ ਇੱਕ 22ਵਾਂ ਸ਼ਖਸ ਸੀ ਜੋ ਕਿ ਨੁਸ਼ਹਿਰੇ ਨਾਰਥ ਵੈਸਟ ਫਰੰਟੀਅਰ ਦਾ ਰਹਿਣ ਵਾਲਾ ਸੀ, ਖੁਦਾਦਾਦ। ਉਸ ਦਾ ਵੀ ਅਸੀਂ ਪਿੰਡ ਲੱਭ ਕੇ ਸਾਰੀ ਜਾਣਕਾਰੀ ਬੁੱਕਸ ਵਿੱਚ ਦਿੱਤੀ ਹੈ ਤੇ ਉਹ ਵੀ ਆਖਿਰ ਤੱਕ ਸ਼ਹੀਦ ਹੁੰਦਾ ਹੈ। ਤੇ 21 ਸਿੱਖਾਂ ਨੇ ਇਹ ਜਿਹੜੀ ਤਾਕਤ ਸੀ ਚਮਕੌਰ ਦੀ ਗੜੀ ਤੋਂ ਲਈ, ਜਿਸ ਤਰ੍ਹਾਂ ਕਿ 40 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਦੇਖ ਰੇਖ ਵਿੱਚ ਉਸ ਜਗ੍ਹਾ 'ਤੇ ਮੁਕਾਬਲਾ ਕੀਤਾ ਸੀ। ਅਖੀਰ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਸਿੱਖਾਂ ਵਿੱਚ ਇਹ ਜਜ਼ਬਾ ਤਾਂ ਹੀ ਆਉਂਦਾ ਹੈ ਜੇ ਅਸੀਂ ਸਾਬਤ ਸੂਰਤ ਰਵਾਂਗੇ। ਇਸ ਰਿਸਰਚ ਦੇ ਉੱਤੇ ਸਾਰਾ ਗੜੀ ਫਾਊਂਡੇਸ਼ਨ ਬਣਾ ਕੇ ਉਹਦੇ ਉੱਤੇ ਇਹਨਾਂ ਨੇ ਕੀਤੀ ਹੈ, ਔਰ ਉਹ ਨੌਜਵਾਨ ਵੀਰ ਜਿਨ੍ਹਾਂ ਨੇ ਆਪਣੇ ਦੇਸ਼ ਦੀ ਹਿਫਾਜ਼ਤ ਕਰਦੇ ਹੋਏ ਆਪਣੇ ਪ੍ਰਾਣ ਦੇ ਦਿੱਤੇ, ਔਰ 21 ਜਵਾਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਠਾਨ ਆਏ ਸੀ, ਹਮਲਾਵਰ ਆਏ ਸੀ, ਉਹਨਾਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤਾਂ ਪਾਈਆਂ। ਇਹ ਵਾਕਈ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁੜਤੀ ਜਿਹੜੀ ਆਪਣੀ ਸਿੱਖਾਂ ਨੂੰ ਮਿਲੀ ਹੈ, ਭਾਵੇਂ ਉਹ 40 ਮੁਕਤਿਆਂ ਦੀ ਇਹਨਾਂ ਨੇ ਗੱਲ ਕੀਤੀ ਹੈ, ਇਹ ਗੁਰੂ ਮਹਾਰਾਜ ਦਾ ਆਪਣਾ ਆਸ਼ੀਰਵਾਦ, ਔਰ ਇਹ ਸਾਡੇ ਸਾਰਿਆਂ ਨੂੰ ਜਿਹੜੀ ਸੀਖ ਹੈ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ। ਇਹ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਉਹਨਾਂ ਗੁਰੂ ਸਿੱਖਾਂ ਦੇ ਉੱਤੇ, ਔਰ ਇਹ ਸ਼ਹਾਦਤਾਂ ਔਰ ਇਹ ਕੁਰਬਾਨੀਆਂ ਤਾਂ ਹੀ ਮੁਮਕਿਨ ਹੁੰਦੀਆਂ ਜਦ ਅਸੀਂ ਗੁਰੂ ਦੇ ਲੜ ਲੱਗੇ ਹੋਈਏ। ਆਸਟ੍ਰੇਲੀਆ ਦੇ ਉੱਚ ਅਧਿਕਾਰੀਆਂ ਦਾ ਇੱਕ ਵਫਦ ਦਿੱਲੀ ਵਿਖੇ ਸਿੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਪਹੁੰਚਿਆ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਕੈਨਬਰਾ ਦੇ ਸਹਾਇਕ ਡਾਇਰੈਕਟਰ ਰਿਕ ਹੈਂਸਨ ਦੀ ਅਗਵਾਈ ਹੇਠ ਇਹ ਵਫਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਇਆ। ਉਹਨਾਂ ਦੇ ਨਾਲ ਆਸਟ੍ਰੇਲੀਅਨ ਹਾਈ ਕਮਿਸ਼ਨ ਨਵੀਂ ਦਿੱਲੀ ਮਿਸ਼ ਖਾਨ, ਆਸਟ੍ਰੇਲੀਆਈ ਹਾਈ ਕਮਿਸ਼ਨ ਨਵੀਂ ਦਿੱਲੀ ਪਲਾਨੀ ਨਾਇਕ ਤੇ ਨੀਤੀ ਅਧਿਕਾਰੀ ਆਸਟ੍ਰੇਲੀਆਈ ਵਿਦੇਸ਼ ਮਾਮਲਿਆਂ ਤੇ ਵਪਾਰ ਕੈਨਬਰਾ ਲਾਰੀਆ ਪੈਂਟਰ ਵੀ ਮੌਜੂਦ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਗਿਆ ਤੇ ਸਿੱਖ ਪਰੰਪਰਾਵਾਂ ਬਾਰੇ ਇਹਨਾਂ ਨੂੰ ਜਾਣੂ ਕਰਵਾਇਆ ਗਿਆ। ਸਾਨੂੰ ਐਕਸਪੈਕਟਡ ਸੀ ਕੱਲ੍ਹ ਜਦੋਂ ਸਾਡੇ ਕੋਲ ਪਰਸੋਂ ਇਹਨਾਂ ਦਾ ਮੈਸੇਜ ਆਇਆ ਸੀ ਕਿ ਵਿਜ਼ਿਟ ਕਰਨਾ ਚਾਹੁੰਦੇ ਆ, ਤੇ ਅੱਜ ਅਸੀਂ ਇਹਨਾਂ ਦਾ ਪਹਿਲੇ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਵਾਗਤ ਕੀਤਾ ਹੈ ਸਾਡੀ ਸਾਰੀ ਟੀਮ ਨੇ। ਔਰ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸ਼ੇਅਰ ਕਰਨਾ ਚਾਹਾਂਗਾ ਕਿ ਮਿਸਟਰ ਰਿਕ ਉਹਨਾਂ ਨੇ ਆਪ ਕਿਹਾ ਕਿ ਮੈਨੂੰ ਜਿਹੜੀ ਇਹ ਦਸਤਾਰ ਮੇਰੇ ਸਿਰ 'ਤੇ ਸਜਾਓ, ਮੈਂ ਅੰਦਰ ਮੱਥਾ ਟੇਕਣ ਜਾਣਾ ਹੈ। ਬੜੀ ਖੁਸ਼ੀ ਵਾਲੀ ਗੱਲ ਹੈ, ਅਸੀਂ ਦਸਤਾਰ ਸਜਾਈ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਉਹਨਾਂ ਦੀ ਕੁਐਰੀ ਸੀ ਸਿੱਖੀਜ਼ਮ ਨੂੰ ਲੈ ਕੇ, ਸਿੱਖ ਧਰਮ ਨੂੰ ਲੈ ਕੇ, ਸਿੱਖਾਂ ਦੇ ਬਾਰੇ ਉਹ ਜਾਣਨਾ ਚਾਹੁੰਦੇ ਸੀ, ਪੰਜਾਬ ਦੇ ਬਾਰੇ ਜਾਣਨਾ ਚਾਹੁੰਦੇ ਸੀ, ਪੰਜਾਬ ਦੇ ਯੂਥ ਦੇ ਬਾਰੇ ਜਾਣਨਾ ਚਾਹੁੰਦੇ ਸੀ ਕਿ ਪੰਜਾਬ ਦਾ ਯੂਥ ਜਿਹੜਾ ਉਹ ਬਾਹਰ ਕਿਉਂ ਜਾ ਰਿਹਾ, ਕੀ ਕਾਰਨ ਹੈ। ਸੋ ਬੜੀ ਕਿਉਰਿਓਸਿਟੀ ਸੀ। ਫਿਰ ਕੋਵਿਡ ਦੇ ਬਾਰੇ ਜਿਹੜੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸਿੱਖਾਂ ਨੇ ਕੀਤੀ, ਉਹਦੇ ਬਾਰੇ ਉਹ ਜਾਣਕਾਰੀ ਲੈਣਾ ਚਾਹੁੰਦੇ ਸੀ ਕਿ ਵੀ ਸਿੱਖਾਂ ਨੇ ਕਿਵੇਂ ਕੀਤੀ, ਕੀ ਜਜ਼ਬਾ ਸੀ ਸਿੱਖਾਂ ਦਾ, ਦਿੱਲੀ ਕਮੇਟੀ ਨੇ ਕੀ ਕੀਤਾ, ਉਹ ਸਾਰੀ ਜਾਣਕਾਰੀ ਅਸੀਂ ਉਹਨਾਂ ਦੇ ਨਾਲ ਸ਼ੇਅਰ ਕੀਤੀ ਆ। ਤੇ ਉਸ ਤੋਂ ਬਾਅਦ ਉਹਨਾਂ ਦੀ ਫਾਰਮਿੰਗ ਦੇ ਬਾਰੇ ਜਿਹੜੀ ਆ ਇੱਕ ਕਿਉਰਿਓਸਿਟੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਫਾਰਮਿੰਗ ਹੁੰਦੀ ਆ ਉਹ ਕਿਸ ਤਰ੍ਹਾਂ, ਕੀ ਉਹਦੇ 'ਚ ਪ੍ਰੋਫਿਟੇਬਲ ਹੈ ਜਾਂ ਨਹੀਂ ਹੈ।
ਸੋ ਬਲਕਿ ਮੈਂ ਇਹ ਵੀ ਸ਼ੇਅਰ ਕਰਨਾ ਚਾਹਾਂਗਾ ਕਿ ਅਸੀਂ ਉਹਨਾਂ ਨੂੰ ਇਹ ਵੀ ਸੁਜੈਸਟ ਕੀਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੇ ਜਿਹੜਾ ਏਰੀਆ ਹੈ ਉਹ ਅਨਫਰਟਾਈਲ ਪਿਆ ਹੈਗਾ, ਅਤੇ ਤੁਸੀਂ ਉੱਥੇ ਓਪਰਚੁਨਿਟੀ ਦਿਓ। ਸਾਡੇ ਜਿਹੜੇ ਨੌਜਵਾਨ ਹੈ, ਜਿਹੜੇ ਬੇਰੁਜ਼ਗਾਰ ਹੈ ਪੰਜਾਬ ਦੇ ਵਿੱਚ, ਉਹਨਾਂ ਨੂੰ ਤੁਸੀਂ ਉਹ ਮੌਕਾ ਦਿਓ, ਉਹ ਜਾ ਕੇ ਉੱਥੇ ਫਾਰਮਿੰਗ ਕਰਨ। ਸੋ ਉਹਦੇ 'ਚ ਵੀ ਉਹਨਾਂ ਦਾ ਕਾਫੀ ਪੋਜ਼ੀਟਿਵ ਰਿਸਪੌਂਸ ਹੈ, ਔਰ ਮੈਂ ਸਮਝਦਾ ਕਿ ਕਾਫੀ ਕਿਉਰਿਓਸਿਟੀ ਸੀ ਉਹਨਾਂ ਦੀ ਸਿੱਖ ਧਰਮ ਨੂੰ ਜਾਣਨ ਦੇ ਬਾਰੇ। ਅਸੀਂ ਬੇਸਿਕਲੀ ਆਇਡੈਂਟੀਟੀ ਇਸ਼ੂ ਹੈ। ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਕਿਹਾ ਕਿ ਵੀ ਸਿੱਖਾਂ ਦਾ ਜਿਹੜੇ ਬਾਕੀ ਰਿਲੀਜੀਅਸ ਹੈ ਉਹਦੇ ਪ੍ਰਤੀ ਕੀ ਰੁਝਾਨ ਹੈ ਜਾਂ ਕੀ ਸੋਚ ਹੈ, ਅਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਿੱਖ ਧਰਮ ਜਿਹੜਾ ਬੇਸਿਕਲੀ ਹਿਊਮੈਨਿਟੀ ਦੀ ਗੱਲ ਕਰਦਾ, ਅਸੀਂ ਸਰਬ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ। ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫਿਰਕਾ, ਧਰਮ, ਜਾਤ ਪਾਤ ਨਹੀਂ ਹੈ। ਸੋ ਉਹ ਬੜੀ ਉਹਨਾਂ ਨੂੰ ਖੁਸ਼ੀ ਹੋਈ ਜਦੋਂ ਅਸੀਂ ਗੁਰਬਾਣੀ ਦੇ ਬਾਰੇ ਵੀ ਦੱਸਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਾਰੇ ਦੱਸਿਆ, ਆਪਣੇ ਗੁਰਦੁਆਰਾ ਸਾਹਿਬ ਦੀ, ਗੁਰੂ ਸਾਹਿਬ ਦੀ ਜਿਹੜਾ ਸ਼ਹਾਦਤਾਂ ਹੈ ਉਹਦੇ ਬਾਰੇ ਦੱਸਿਆ, ਅਤੇ ਉਹ ਬੜੇ ਇਸ ਗੱਲ ਦੇ ਉੱਤੇ ਬੜੇ ਖੁਸ਼ ਹੋਏ ਕਿ ਵੀ ਇਸ ਤਰ੍ਹਾਂ ਦਾ ਜੋ ਇਤਿਹਾਸ ਹੈ, ਰਿਚ ਜਿਹੜਾ ਇਤਿਹਾਸ ਹੈ। ਤੋਂ ਕੁੱਲ ਮਿਲਾ ਕੇ ਮੈਂ ਸਮਝਦਾ ਕਾਫੀ ਫਰੂਟਫੁਲ ਮੀਟਿੰਗ ਸੀ। ਕੋਰੋਨਾ ਮਹਾਮਾਰੀ ਅਤੇ ਰੂਸ ਯੂਕਰੇਨ ਜੰਗ ਨੇ ਦੁਨੀਆ ਨੂੰ ਭੁੱਖਮਰੀ ਦੇ ਬੱਤਰ ਹਾਲਾਤਾਂ ਵੱਲ ਧੱਕ ਦਿੱਤਾ ਹੈ। ਯੂਨਾਈਟਿਡ ਨੇਸ਼ਨ ਵਰਲਡ ਫੂਡ ਪ੍ਰੋਗਰਾਮ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਦੁਨੀਆ ਦੇ ਨਾਲ ਕਿ ਇਸ ਸਮੇਂ ਦੁਨੀਆ ਦੇ ਵਿੱਚ 34.50 ਕਰੋੜ ਲੋਕ ਜਿਹੜੇ ਆ ਉਹ ਭੁੱਖਮਰੀ ਵੱਲ ਵੱਧ ਰਹੇ ਹਨ, ਅਤੇ ਇਹ ਅੰਕੜਾ ਜਿਹੜਾ ਆ ਉਹ ਬੜਾ ਖਤਰਨਾਕ ਹੈ, ਅਤੇ ਇਸ ਨੂੰ ਇੱਕ ਵਰਲਡ ਐਮਰਜੈਂਸੀ ਵੀ ਦੱਸਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੇਸਲੀ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ 34.50 ਕਰੋੜ ਲੋਕ ਭੁੱਖਮਰੀ ਵੱਲ ਵੱਧ ਰਹੇ ਹਨ। ਇਹ ਵਿਸ਼ਵ ਲਈ ਐਮਰਜੈਂਸੀ ਹਾਲਾਤ ਹਨ। ਉਨ੍ਹਾਂ ਕਿਹਾ ਯੂਕਰੇਨ ਜੰਗ ਖਤਮ ਹੋਣ ਤੱਕ 7 ਕਰੋੜ ਹੋਰ ਲੋਕ ਭੁੱਖਮਰੀ ਦੇ ਘੇਰੇ ਵਿੱਚ ਆ ਜਾਣਗੇ। ਬੇਸਲੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ 82 ਦੇਸ਼ ਜਿਨ੍ਹਾਂ ਵਿੱਚ ਏਜੰਸੀ ਸਰਗਰਮ ਹੈ, ਉੱਥੇ 34.50 ਕਰੋੜ ਲੋਕ ਗੰਭੀਰ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ, ਅਤੇ ਇਹ ਗਿਣਤੀ 2020 ਵਿੱਚ ਕਰੋਨਾ ਵਿਸ਼ਵ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਦੇ ਮੁਕਾਬਲੇ 2.5 ਗੁਣਾ ਵੱਧ ਹੈ। ਨਾਮਵਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਕਬੂਤਰਬਾਜ਼ੀ ਦੇ ਮਾਮਲਿਆਂ 'ਚ 2 ਸਾਲ ਦੀ ਸਜ਼ਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਅੱਤਲ ਕਰ ਦਿੱਤੀ ਹੈ। ਦੱਸ ਦਈਏ ਕਿ ਪਟਿਆਲਾ ਅਦਾਲਤ ਨੇ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਦੇ ਮਾਮਲਿਆਂ 'ਚ ਦੋਸ਼ੀ ਮੰਨਦਿਆਂ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਤਲੀ ਅਦਾਲਤ ਨੇ ਵੀ ਜਿਹੜੀ ਇਸ ਸਜ਼ਾ ਨੂੰ ਬਰਕਰਾਰ ਰੱਖਿਆ ਸੀ, ਪਰ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਸ਼ਿਕਾਇਤਕਰਤਾਵਾਂ ਦਾ ਦੋਸ਼ ਸੀ ਕਿ ਦਲੇਰ ਮਹਿੰਦੀ ਨੇ ਉਹਨਾਂ ਤੋਂ ਅਮਰੀਕਾ ਅਤੇ ਕੈਨੇਡਾ ਇਲੀਗਲ ਲੋਕਾਂ ਨੂੰ ਲਿਜਾਣ ਵਾਸਤੇ ਪੈਸੇ ਲਏ ਸੀ, ਪਰ ਬਾਅਦ ਵਿੱਚ ਉਹ ਇਸ ਗੱਲ ਤੋਂ ਇਨਕਾਰੀ ਹੋ ਗਏ, ਅਤੇ ਦਲੇਰ ਮਹਿੰਦੀ ਦੇ ਆਫਿਸ ਤੋਂ ਕੁਝ ਅਜਿਹੇ ਦਸਤਾਵੇਜ਼ ਮਿਲਣ ਦਾ ਦਾਅਵਾ ਕੀਤਾ ਗਿਆ ਸੀ, ਜਿਹਦੇ ਵਿੱਚ ਕਿ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਜਾਣਕਾਰੀ ਲਿਖੀ ਹੋਈ ਸੀ, ਜਿਨ੍ਹਾਂ ਤੋਂ ਕਿ ਵਿਦੇਸ਼ ਲਿਜਾਣ ਦੇ ਲਈ ਪੈਸੇ ਲਏ ਗਏ ਸੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕਬੂਤਰਬਾਜ਼ੀ ਦੇ ਮਾਮਲੇ 'ਚ ਫਸੇ ਗਾਇਕ ਦਲੇਰ ਮਹਿੰਦੀ ਦੀ 2 ਸਾਲ ਦੀ ਸਜ਼ਾ ਮੁਅੱਤਲ ਕਰ ਦਿੱਤੀ ਹੈ। ਸਾਲ 2003 ਦੇ ਮਨੁੱਖੀ ਤਸਕਰੀ ਮਾਮਲੇ 'ਚ ਪਟਿਆਲਾ ਦੀ ਇੱਕ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਜਸਟਿਸ GS ਗਿੱਲ ਦੇ ਸਿੰਗਲ ਬੈਂਚ ਨੇ ਦਲੇਰ ਮਹਿੰਦੀ ਦੀ ਸਜ਼ਾ ਮੁਅੱਤਲ ਕੀਤੀ ਹੈ। ਗਾਇਕ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਆਪਣੇ ਮੁਵਕਿਲ ਨੂੰ ਹਾਈ ਕੋਰਟ ਤੋਂ ਰਾਹਤ ਮਿਲਣ ਦੀ ਪੁਸ਼ਟੀ ਕੀਤੀ ਹੈ। ਹੇਠਲੀ ਅਦਾਲਤ ਵੱਲੋਂ ਮਾਰਚ 2018 'ਚ ਸੁਣਾਈ ਗਈ 2 ਸਾਲ ਦੀ ਸਜ਼ਾ ਨੂੰ ਪਟਿਆਲਾ ਅਦਾਲਤ ਨੇ ਬਹਾਲ ਰੱਖਿਆ ਸੀ, ਜਿਸ ਮਗਰੋਂ ਦਲੇਰ ਮਹਿੰਦੀ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ। ਪਟਿਆਲਾ ਦੇ ਵਧੀਕ ਸੈਸ਼ਨ ਜੱਜ ਨੇ ਹੇਠਲੀ ਅਦਾਲਤ ਦੇ ਹੁਕਮਾਂ ਖਿਲਾਫ ਪਾਈ ਗਈ ਪਟੀਸ਼ਨ ਨੂੰ 14 ਜੁਲਾਈ ਨੂੰ ਖਾਰਜ ਕਰ ਦਿੱਤਾ ਸੀ, ਜਿਸ ਮਗਰੋਂ ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ। ਪਟਿਆਲਾ ਪੁਲਿਸ ਨੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਦਲੇਰ ਮਹਿੰਦੀ ਅਤੇ ਉਸਦੇ ਭਰਾ ਸ਼ਮਸ਼ੇਰ, ਜਿਸ ਦੀ 2017 'ਚ ਮੌਤ ਹੋ ਗਈ ਸੀ, ਖਿਲਾਫ ਕੇਸ ਦਰਜ ਕੀਤਾ ਸੀ। ਦੋਵੇਂ ਭਰਾਵਾਂ ਖਿਲਾਫ ਧੋਖਾਧੜੀ ਦੀਆਂ 35 ਹੋਰ ਸ਼ਿਕਾਇਤਾਂ ਵੀ ਮਿਲੀਆਂ ਸਨ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਏ ਸਨ ਕਿ ਦੋਵੇਂ ਭਰਾਵਾਂ ਨੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਅਤੇ ਕੈਨੇਡਾ ਭਿਜਵਾਉਣ ਲਈ ਉਹਨਾਂ ਤੋਂ ਪੈਸੇ ਲਏ ਸਨ, ਪਰ ਉਹ ਬਾਹਰ ਲੈ ਕੇ ਨਹੀਂ ਗਏ। ਪਟਿਆਲਾ ਪੁਲਿਸ ਨੇ ਗਾਇਕ ਦੇ ਦਿੱਲੀ ਸਥਿਤ ਕਨਾਟ ਪੈਲੇਸ ਦਫ਼ਤਰਾਂ ਤੇ ਛਾਪੇ ਮਾਰ ਕੇ ਫਾਈਲਾਂ ਜ਼ਬਤ ਕੀਤੀਆਂ ਸਨ, ਜਿਨ੍ਹਾਂ 'ਚ ਕਬੂਤਰਬਾਜ਼ੀ ਦੇ ਇਵਜ਼ 'ਚ ਪੈਸੇ ਲਏ ਜਾਣ ਦਾ ਹਿਸਾਬ ਕਿਤਾਬ ਸੀ। ਗੱਲ ਰੂਸ ਯੂਕਰੇਨ ਜੰਗ ਦੀ ਕਰਦੇ ਹਾਂ। ਰੂਸ ਯੂਕਰੇਨ ਜੰਗ ਬਾਰੇ ਅੱਜ ਇੱਕ ਜਿਹੜੀ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਕਿ ਰੂਸ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਯੂਕਰੇਨ ਦੀ ਫੌਜ ਨੂੰ ਵੱਧ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਸਾਈਲਾਂ ਦਿੱਤੀਆਂ ਤਾਂ ਇਸ ਨਾਲ ਰੂਸ ਇਹ ਸਮਝੇਗਾ ਕਿ ਅਮਰੀਕਾ ਸਿੱਧਾ ਇਸ ਜੰਗ ਦੇ ਵਿੱਚ ਸ਼ਾਮਲ ਹੋ ਗਿਆ ਆ, ਅਤੇ ਰੂਸ ਦੇ ਵਿਦੇਸ਼ ਮਹਿਕਮੇ ਨੇ ਅਮਰੀਕਾ ਨੂੰ ਇਹ ਧਮਕੀ ਦਿੱਤੀ ਹੈ ਕਿ ਜੇ ਅਜਿਹਾ ਹੁੰਦਾ ਆ ਤਾਂ ਅਮਰੀਕਾ ਜਿਹੜਾ ਹੈ ਉਹ ਰੈੱਡ ਲਾਈਨਸ ਕ੍ਰੋਸ ਕਰ ਰਿਹਾ ਹੋਵੇਗਾ, ਅਤੇ ਇਸ ਦੇ ਨਾਲ ਰੂਸ ਦੇ ਲਈ ਅਮਰੀਕਾ ਵੀ ਜਿਹੜਾ ਹੈ ਇਸ ਜੰਗ ਦੇ ਵਿੱਚ ਇੱਕ ਧਿਰ ਬਣ ਜਾਵੇਗਾ। ਰੂਸ ਦੇ ਵਿਦੇਸ਼ ਮਹਿਕਮੇ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਜੇ ਉਸਨੇ ਯੂਕਰੇਨ ਨੂੰ ਵੱਧ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਸਾਈਲਾਂ ਦਿੱਤੀਆਂ ਤਾਂ ਅਮਰੀਕਾ ਸਿੱਧਾ ਇਸ ਜੰਗ ਵਿੱਚ ਇੱਕ ਧਿਰ ਬਣ ਜਾਵੇਗਾ। ਰੂਸ ਨੇ ਕਿਹਾ ਹੈ ਕਿ ਅਜਿਹਾ ਕਰਨ ਨਾਲ ਅਮਰੀਕਾ ਲਾਲ ਲਕੀਰ ਨੂੰ ਉਲੰਘ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ ਯੂਕਰੇਨ ਨੂੰ 80 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੇ ਰਾਕੇਟ ਲਾਂਚਰ ਸਿਸਟਮ ਦੇ ਚੁੱਕਿਆ ਹੈ। ਯੂਕਰੇਨ ਸਰਕਾਰ ਨੇ ਰੂਸੀ ਫੌਜ ਦੇ ਕਬਜ਼ੇ ਵਿੱਚੋਂ ਛਡਵਾਏ ਇਜ਼ੀਅਮ ਸ਼ਹਿਰ ਵਿੱਚ ਵੱਡੀ ਗਿਣਤੀ ਕਬਰਾਂ ਮਿਲਣ ਦਾ ਦਾਅਵਾ ਕੀਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਕਿਹਾ ਹੈ ਕਿ ਉਹਨਾਂ ਨੂੰ ਸ਼ਹਿਰ ਵਿੱਚ 440 ਲਾਸ਼ਾਂ ਮਿਲੀਆਂ ਹਨ।
ਯੂਕਰੇਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੁਣ ਤੱਕ ਉਹ ਆਪਣੇ ਮੁਲਕ ਦਾ 9000 ਸਕੁਅਰ ਕਿਲੋਮੀਟਰ ਰਕਬਾ ਰੂਸੀ ਫੌਜ ਤੋਂ ਛੁਡਵਾ ਚੁੱਕੇ ਹਨ। ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੇ ਪਤਨੀ ਬੀਬੀ ਪਾਲਜੀਤ ਕੌਰ ਜੀ ਦੀ ਯਾਦ ਵਿੱਚ ਵੱਖ-ਵੱਖ ਥਾਵਾਂ ਤੇ ਅਰਦਾਸ ਸਮਾਗਮ ਕਰਵਾਏ ਜਾ ਰਹੇ ਨੇ। ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਬੀਬੀ ਪਾਲਜੀਤ ਕੌਰ ਜੀ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਅਰਦਾਸ ਕੀਤੀ ਗਈ। ਇਸ ਤੋਂ ਇਲਾਵਾ ਵੱਖੋ-ਵੱਖ ਮੁਲਕਾਂ ਦੇ ਵਿੱਚ ਵੱਖੋ-ਵੱਖ ਥਾਵਾਂ ਦੇ ਉੱਤੇ ਖਾਲਿਸਤਾਨੀ ਜਥੇਬੰਦੀਆਂ ਦੇ ਵੱਲੋਂ ਬੀਬੀ ਪਾਲਜੀਤ ਕੌਰ ਜੀ ਦੇ ਸੰਘਰਸ਼ ਨੂੰ ਸਜਦਾ ਕਰਦੇ ਹੋਏ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਸਮਾਗਮ ਕਰਵਾਏ ਜਾ ਰਹੇ ਨੇ। ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੇ ਸੁਪਤਨੀ ਬੀਬੀ ਪਾਲਜੀਤ ਕੌਰ ਦੀ ਯਾਦ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ। ਇਸ ਤੋਂ ਪਹਿਲਾਂ ਪਿੰਡ ਪੰਜਵੜ ਵਿੱਚ ਵੀ ਉਹਨਾਂ ਦੀ ਯਾਦ ਵਿੱਚ ਅੰਤਿਮ ਅਰਦਾਸ ਸਮਾਗਮ ਉਲੀਕੇ ਗਏ ਸਨ, ਜਿੱਥੇ ਪੰਥ ਦੀਆਂ ਸਤਿਕਾਰਤ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਸੀ। ਦੁਨੀਆ ਭਰ ਵਿੱਚ ਖਾਲਿਸਤਾਨੀ ਸਿੱਖ ਜਥੇਬੰਦੀਆਂ ਵੱਲੋਂ ਬੀਬੀ ਜੀ ਦੀ ਯਾਦ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਫੋਰਬਸ ਵੱਲੋਂ ਜਾਰੀ ਤਾਜ਼ਾ ਸੂਚੀ ਦੇ ਵਿੱਚ ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਗੌਤਮ ਅਡਾਨੀ ਲਗਾਤਾਰ ਤਰੱਕੀ ਕਰ ਰਹੇ ਨੇ। ਗੌਤਮ ਅਡਾਨੀ ਦਾ ਵਪਾਰ ਲਗਾਤਾਰ ਵਧ ਰਿਹਾ ਹੈ। ਖਾਸ ਕਰਕੇ 2014 ਤੋਂ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਦੇ ਵਿੱਚ ਆਈ ਆ ਤੇ ਭਾਰਤ ਦੀ ਸੱਤਾ ਤੇ ਕਾਬਜ਼ ਹੋਈ ਆ, ਉਸ ਤੋਂ ਬਾਅਦ ਗੁਜਰਾਤੀ ਵਪਾਰੀ ਗੌਤਮ ਅਡਾਨੀ ਦਾ ਵਪਾਰ ਲਗਾਤਾਰ ਵਧਿਆ ਹੈ। ਕਈ ਅਜਿਹੇ ਵਪਾਰ ਅਦਾਰੇ ਜਿਹੜੇ ਕਿ ਪਹਿਲਾਂ ਪਬਲਿਕ ਸੈਕਟਰ ਦੇ ਸੀ, ਭਾਵੇਂ ਉਹ ਪੋਰਟਸ ਹੋਣ, ਭਾਵੇਂ ਉਹ ਰੇਲਵੇ ਹੋਵੇ, ਬੜੇ ਅਜਿਹੇ ਅਦਾਰੇ ਜਿਹੜੇ ਆ ਉਹ ਹੁਣ ਗੌਤਮ ਅਡਾਨੀ ਦੀ ਜਿਹੜੀ ਕੰਪਨੀ ਆ ਉਸ ਨੂੰ ਪ੍ਰਾਈਵੇਟ ਲੀਜ਼ ਤੇ ਦੇ ਦਿੱਤੇ ਗਏ ਨੇ ਤੇ ਗੌਤਮ ਅਡਾਨੀ ਦਾ ਵਪਾਰ ਲਗਾਤਾਰ ਵਧ ਰਿਹਾ ਹੈ। ਕੁਝ ਦਿਨ ਪਹਿਲਾਂ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਗੌਤਮ ਅਡਾਨੀ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਨੇ, ਪਰ ਅੱਜ ਫੋਰਬਸ ਨੇ ਨਵੀਂ ਸੂਚੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਗੌਤਮ ਅਡਾਨੀ ਹੁਣ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਨੇ। ਗੁਜਰਾਤੀ ਵਪਾਰੀ ਗੌਤਮ ਅਡਾਨੀ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ ਹੈ। ਫੋਰਬਸ ਵੱਲੋਂ ਜਾਰੀ ਨਵੀਂ ਰੀਅਲ ਟਾਈਮ ਬਿਲੀਅਨਰ ਸੂਚੀ ਵਿੱਚ ਅਡਾਨੀ ਨੇ ਲੂਇਸ ਵੀਟਨ ਦੇ ਮਾਲਕ ਬਰਨਰਡ ਅਰਨੋਲਟ ਨੂੰ ਪਛਾੜ ਦਿੱਤਾ ਹੈ। ਅਡਾਨੀ ਅਤੇ ਉਸਦੇ ਪਰਿਵਾਰ ਦੀ ਕੁੱਲ ਸੰਪਤੀ ਸ਼ੁੱਕਰਵਾਰ ਨੂੰ $155.4 ਬਿਲੀਅਨ ਹੋ ਗਈ, ਜਦਕਿ ਅਰਨੋਲਟ ਦੀ ਕੁੱਲ ਸੰਪਤੀ $155.2 ਬਿਲੀਅਨ ਦਰਜ ਹੋਈ। ਦੁਨੀਆ ਦਾ ਸਭ ਤੋਂ ਅਮੀਰ ਆਦਮੀ ਸਪੇਸਐਕਸ ਅਤੇ ਟੈਸਲਾ ਦਾ ਮਾਲਕ ਐਲਨ ਮਸਕ ਹੈ, ਜਿਸ ਕੋਲ ਕੁੱਲ $273.5 ਬਿਲੀਅਨ ਦੀ ਸੰਪਤੀ ਹੈ। ਇਸ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦਾ ਮਾਲਕ ਮੁਕੇਸ਼ ਅੰਬਾਨੀ 8ਵੇਂ ਸਥਾਨ ਤੇ ਹੈ, ਜਿਸ ਦੀ ਸੰਪਤੀ $92.3 ਬਿਲੀਅਨ ਦੀ ਹੈ। 2014 ਵਿੱਚ ਨਰਿੰਦਰ ਮੋਦੀ ਸਰਕਾਰ ਦੇ ਭਾਰਤ ਵਿੱਚ ਸੱਤਾ 'ਚ ਆਉਣ ਤੋਂ ਬਾਅਦ ਅਡਾਨੀ ਦੇ ਵਪਾਰਕ ਲਾਭ ਵੱਧਦੇ ਹੀ ਗਏ। ਅਡਾਨੀ ਨੂੰ ਮੋਦੀ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਰੋਜਰ ਫੈਡਰਰ ਨੇ ਕੌਮਾਂਤਰੀ ਖੇਡ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ। ਰੋਜਰ ਫੈਡਰਰ ਟੈਨਿਸ ਦੇ ਮਹਾਨ ਖਿਡਾਰੀ ਨੇ ਜਿਨ੍ਹਾਂ ਨੇ ਲੰਮਾ ਸਮਾਂ ਟੈਨਿਸ ਦੀ ਖੇਡ ਦੇ ਉੱਤੇ ਅਸੀਂ ਕਹਿ ਸਕਦੇ ਕਿ ਰਾਜ ਕੀਤਾ ਹੈ। ਰੋਜਰ ਫੈਡਰਰ 41 ਸਾਲ ਦੇ ਨੇ ਤੇ 41 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਰਿਟਾਇਰਮੈਂਟ ਦਾ ਐਲਾਨ ਕੀਤਾ ਆ। ਪਿਛਲੇ ਕੁਝ ਸਮੇਂ ਤੋਂ ਰੋਜਰ ਫੈਡਰਰ ਕਈ ਤਰ੍ਹਾਂ ਦੀਆਂ ਜਿਹੜੀਆਂ ਸੱਟਾਂ ਨੇ ਉਹਨਾਂ ਦਾ ਸਾਹਮਣਾ ਕਰ ਰਹੇ ਸੀ, ਕੁਝ ਸਰਜਰੀਜ਼ ਵੀ ਹੋਈਆਂ ਸੀ ਤੇ ਸਰੀਰਕ ਤੌਰ ਤੇ ਵੀ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸੀ, ਜਿਸ ਨੂੰ ਉਹਨਾਂ ਨੇ ਆਪਣੇ ਰਿਟਾਇਰਮੈਂਟ ਨੋਟ ਦੇ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਨਾਲ ਜਿਹੜੀ ਇੱਕ ਖਬਰ ਸਾਂਝੀ ਕੀਤੀ ਆ, ਉਸ ਦੇ ਵਿੱਚ ਵੀ ਆਪਣੀ ਰਿਟਾਇਰਮੈਂਟ ਦਾ ਮੁੱਖ ਕਾਰਨ ਉਹਨਾਂ ਨੂੰ ਪਿਛਲੇ ਸਮੇਂ ਵਿੱਚ ਲੱਗੀਆਂ ਸੱਟਾਂ ਹੀ ਦੱਸਿਆ ਆ। ਪਰ ਰੋਜਰ ਫੈਡਰਰ ਦਾ ਨਾਂ ਦੁਨੀਆ ਦੇ ਮਹਾਨ ਖਿਡਾਰੀਆਂ ਦੇ ਵਿੱਚ ਗਿਣਿਆ ਜਾਵੇਗਾ, ਕਿਉਂਕਿ ਰੋਜਰ ਫੈਡਰਰ ਨੇ ਆਪਣੀ ਖੇਡ ਦੇ ਨਾਲ ਦੁਨੀਆ ਦੇ ਵਿੱਚ ਵੱਸਦੇ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਹੈ। ਟੈਨਿਸ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਨੇ 41 ਸਾਲ ਦੀ ਉਮਰ ਵਿੱਚ ਖੇਡ ਤੋਂ ਰਿਟਾਇਰਮੈਂਟ ਲੈਣ ਦਾ ਐਲਾਨ ਕਰ ਦਿੱਤਾ ਹੈ। ਰਿਟਾਇਰਮੈਂਟ ਦਾ ਐਲਾਨ ਕਰਦਿਆਂ ਫੈਡਰਰ ਨੇ ਕਿਹਾ, ਅਗਲੇ ਹਫ਼ਤੇ ਲੰਡਨ ਵਿੱਚ ਹੋਣ ਵਾਲਾ ਲੇਵਰ ਕੱਪ ਉਹਨਾਂ ਦਾ ਆਖਰੀ ATP ਟੂਰਨਾਮੈਂਟ ਹੋਵੇਗਾ। ਫੈਡਰਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ, ਜਿਵੇਂ ਤੁਸੀਂ ਜਾਣਦੇ ਹੀ ਹੋ, ਪਿਛਲੇ 3 ਸਾਲ ਮੇਰੇ ਲਈ ਸੱਟਾਂ ਅਤੇ ਸਰਜਰੀਆਂ ਕਾਰਨ ਚੁਣੌਤੀਆਂ ਵਾਲੇ ਰਹੇ ਹਨ। ਮੈਂ ਖੇਡ ਵਿੱਚ ਪੂਰੀ ਤਰ੍ਹਾਂ ਵਾਪਸ ਆਉਣ ਲਈ ਬਹੁਤ ਮਿਹਨਤ ਕੀਤੀ, ਪਰ ਮੈਂ ਆਪਣੇ ਸਰੀਰ ਦੀ ਸਮਰੱਥਾ ਅਤੇ ਸੀਮਤਾਵਾਂ ਨੂੰ ਜਾਣਦਾ ਹਾਂ ਤੇ ਉਸ ਦਾ ਸੁਨੇਹਾ ਮੇਰੇ ਲਈ ਬੜਾ ਪਿਆਰਾ ਹੈ। ਮੈਂ 41 ਸਾਲਾਂ ਦਾ ਹੋ ਗਿਆ ਹਾਂ। ਰੋਜਰ ਫੈਡਰਰ ਨੇ ਆਪਣੇ ਖੇਡ ਕਰੀਅਰ ਦੌਰਾਨ 20 ਗ੍ਰੈਂਡ ਸਲੈਮ ਜਿੱਤੇ। ਫੈਡਰਰ ਨੇ ਲਿਖਿਆ, ਮੈਂ ਪਿਛਲੇ 24 ਸਾਲਾਂ ਵਿੱਚ 1500 ਤੋਂ ਵੱਧ ਮੈਚ ਖੇਡੇ। ਟੈਨਿਸ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਜਦੋਂ ਮੇਰਾ ਕੰਪੀਟੀਸ਼ਨ ਕਰੀਅਰ ਖਤਮ ਕਰਨ ਦਾ ਸਮਾਂ ਆ ਗਿਆ ਹੈ ਤਾਂ ਮੈਨੂੰ ਉਸ ਨੂੰ ਮੰਨ ਲੈਣਾ ਚਾਹੀਦਾ ਹੈ। ਅੱਜ ਲਈ ਫਿਲਹਾਲ ਇੰਨਾ ਹੀ। ਅਗਲੇ ਹਫ਼ਤੇ ਬੁਲੇਟਿਨ ਲੈ ਕੇ ਫਿਰ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।